Good morning, students. स्टूडेंट्स आज अपना टॉपिक है जनरल एंट्रीज। ठीक है, आज मैं ਤੁਹਾਨੂੰ जनरल एंट्रीज पास करनी सिखाऊंगा। ठीक है, जनरल एंट्रीज ਕਾਦੀਆਂ जनरल एंट्रीज पास ਹੁੰਦੀਆਂ ਆਪਣੇ ਚੈਪਟਰ ਦੇ ਵਿੱਚ। ਸਭ ਤੋਂ ਪਹਿਲੀ जनरल एंट्री पास ਹੁੰਦੀ ਹੈ ਬੇਟੇ ਗੁੱਡਵਿਲ ਦੀ। ठीक है, गुडविल दी जनरल एंट्री। नंबर 2 जनरल एंट्री फॉर रिजर्व्स एंड सरप्लस। ठीक है, कितनी एंट्रीज पास ਹੁੰਦੀਆਂ एंट्रीज ਦੀ ਨੰਬਰਿੰਗ ਜ਼ਿਆਦਾ ਹੋ ਸਕਦੀ ਹੈ ਬਟ ਜਿਹੜੀ ਜਨਰਲ ਐਂਟਰੀਜ਼ ਪਾਸ ਹੋਣੀਆਂ ਉਹ ਸਿਰਫ ਹਾਰਡਲੀ ਦੋ ਟੌਪਿਕ ਸੀ ਆਪਣੇ ਪਹਿਲੇ ਚੈਪਟਰ ਦੇ ਵਿੱਚ। ਪਹਿਲਾ ਹੁੰਦਾ ਗੁੱਡਵਿਲ ਦੀ ਐਂਟਰੀ, ਸੈਕਿੰਡ ਹੁੰਦਾ ਰਿਜ਼ਰਵ ਜਾਂ ਸਰਪਲਸ ਦੀ ਐਂਟਰੀ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਰਿਜ਼ਰਵ ਐਂਡ ਸਰਪਲਸ ਕਿਹੜੇ ਕਿਹੜੇ ਹੁੰਦੇ ਆ ਤੁਹਾਨੂੰ ਮੈਂ ਸਮਝਾ ਚੁੱਕਿਆ ਕਿਹੜੇ ਕਿਹੜੇ ਰਿਜ਼ਰਵਸ ਹੈ। ਸਰ ਜਨਰਲ ਰਿਜ਼ਰਵ ਹੈ, ਕੈਪੀਟਲ ਰਿਜ਼ਰਵ ਹੈ, ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਹੈ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਹੈ। ਠੀਕ ਹੈ, ਸੋ ਗੁੱਡਵਿਲ ਕਿਹੜੀ ਹੁੰਦੀ ਹੈ, ਗੁੱਡਵਿਲ ਸਮਝਾਣਾ ਤੁਹਾਨੂੰ। ਠੀਕ ਹੈ, ਗੁੱਡਵਿਲ ਐਕਚੁਅਲੀ ਦੋ ਟਾਈਪਸ ਦੀ ਹੁੰਦੀ ਹੈ। ਕਿਹੜੀ ਗੁੱਡਵਿਲ ਹੁੰਦੀ ਹੈ? ਗੁੱਡਵਿਲ ਨੰਬਰ 1, ਗੁੱਡਵਿਲ ਦੋ ਟਾਈਪਸ ਦੀ ਹੁੰਦੀ ਹੈ। ਕਿਹੜੀ ਗੁੱਡਵਿਲ ਹੁੰਦੀ ਹੈ? ਗੁੱਡਵਿਲ ਨੰਬਰ 1 ਗੁੱਡਵਿਲ ਜਿਹੜੀ ਬੈਲੈਂਸ ਸ਼ੀਟ 'ਚ ਅਪੀਅਰ ਕਰਦੀ ਹੈ। ਗੁੱਡਵਿਲ ਜਿਹੜੀ ਬੈਲੈਂਸ ਸ਼ੀਟ 'ਚ ਅਪੀਅਰ ਕਰਦੀ ਹੈ। There are two types of goodwill. Number 1 goodwill which appear in the balance sheet. Number 2 goodwill, ठीक है, balance sheet goodwill. Number 2 adjustment goodwill. ठीक है, मैं adjustment word क्यों लिखा because ना ਜਿਹੜੀ ਆ ਗੁੱਡਵਿਲ ਹੁੰਦੀ ਹੈ, ਇੱਕ ਤਾਂ ਗੁੱਡਵਿਲ ਬੈਲੈਂਸ ਸ਼ੀਟ ਦੇ ਵਿੱਚ ਹੀ ਲਿਖੀ ਵੀ ਹੁੰਦੀ ਹੈ, ਇੱਕ ਜਿਹੜੀ ਗੁੱਡਵਿਲ ਹੈ ਨਾ ਉਹ ਐਡਜਸਟਮੈਂਟ ਦੇ ਵਿੱਚ ਜਿੱਥੇ ਐਡੀਸ਼ਨਲ ਇਨਫੋਰਮੇਸ਼ਨ ਹੁੰਦਾ ਨਾ ਉਹਦੇ ਵਿੱਚ ਲਿਖੀ ਹੁੰਦੀ ਹੈ। ਤੇ ਗੁੱਡਵਿਲ ਆਫ ਦਾ ਫਰਮ ਇਜ਼ ਵੈਲਿਊਡ ਐਟ ਦਿਸ। ਦੋਨਾਂ ਦੀ ਹੈਗੀ ਅਲੱਗ-ਅਲੱਗ ਟ੍ਰੀਟਮੈਂਟ। ਠੀਕ ਹੈ, ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸ ਕਿ ਜਿਹੜੀ ਬੈਲੈਂਸ ਸ਼ੀਟ ਦੀ ਗੁੱਡਵਿਲ ਹੈ ਉਹਦੀ ਕੀ ਟ੍ਰੀਟਮੈਂਟ ਹੈ ਐਂਡ ਜਿਹੜੀ ਐਡਜਸਟਮੈਂਟ ਵਾਲੀ ਗੁੱਡਵਿਲ ਹੈ ਉਹਦੀ ਕੀ ਟ੍ਰੀਟਮੈਂਟ ਹੈ। ਠੀਕ ਹੈ, ਧਿਆਨ ਨਾਲ ਸਮਝ ਲਿਓ, ਦਿਸ ਇਜ਼ ਵੈਰੀ ਇੰਪੋਰਟੈਂਟ ਟੌਪਿਕ। ਠੀਕ ਹੈ, ਬਿਕੋਜ਼ ਇਹ ਟੌਪਿਕ ਕੱਲਾ ਹੈ ਜਿਹਾ ਟੌਪਿਕ ਹੈ ਜਿਹੜੇ 3 ਚੈਪਟਰਾਂ ਦੇ ਵਿੱਚ ਕੰਟੀਨਿਊਸਲੀ ਚੱਲੂਗਾ। ਚੇਂਜ ਇਨ ਪ੍ਰੋਫੈਸ਼ਨ ਰੇਸ਼ੋ, ਐਡਮਿਸ਼ਨ, ਰਿਟਾਇਰਮੈਂਟ, ਡੈਥ। ਰਿਟਾਇਰਮੈਂਟ ਡੈਥ ਇਕੱਠੇ ਚੈਪਟਰ ਇਸ ਕਰਕੇ ਮੈਂ 3 ਹੀ ਬੋਲ ਰਿਹਾ। ਸੋ ਜਿਹੜਾ ਟੌਪਿਕ ਹੈ 3 ਚੈਪਟਰਸ ਦੇ ਵਿੱਚ ਚੱਲੂਗਾ। ਬੈਲੈਂਸ ਸ਼ੀਟ ਦੇ ਵਿੱਚ ਵੀ ਗੁੱਡਵਿਲ ਗਿਵਨ ਹੋ ਸਕਦੀ ਹੈ, ਐਡਜਸਟਮੈਂਟ ਦੇ ਵਿੱਚ ਵੀ ਗਿਵਨ ਹੋ ਸਕਦੀ ਹੈ, ਦੋਨੋਂ ਇਕੱਠੀਆਂ ਵੀ ਹੋ ਸਕਦੀਆਂ, ਹੋ ਸਕਦਾ ਕਿਸੇ ਕੁਐਸਚਨ 'ਚ ਇਕੱਲੀ ਵੀ ਹੋਵੇ। ਠੀਕ ਹੈ, ਓਕੇ। ਸੋ ਗੁੱਡਵਿਲ ਦੋ ਟਾਈਪ ਦੀ ਹੁੰਦੀ ਹੈ ਸਰ, ਇੱਕ ਜਿਹੜੀ ਬੈਲੈਂਸ ਸ਼ੀਟ ਦੇ ਵਿੱਚ, ਇੱਕ ਜਿਹੜੀ ਐਡਜਸਟਮੈਂਟ ਵਾਲੀ ਗੁੱਡਵਿਲ ਹੈ। ਠੀਕ ਹੈ, ਓਕੇ। ਹੁਣ ਸਰ ਬੈਲੈਂਸ ਸ਼ੀਟ ਵਾਲੀ ਗੁੱਡਵਿਲ ਤੇ ਆਉਂਦੇ ਹਾਂ। ਪਹਿਲਾਂ ਆਪਾਂ ਬੈਲੈਂਸ ਸ਼ੀਟ ਵਾਲੀ ਗੁੱਡਵਿਲ ਤੇ ਆਉਂਦੇ ਹਾਂ। बैलेंस शीट वाली गुडविल किधरली साइड अपीयर करती है सर? गुडविल इज एन एसेट। गुडविल इज एन एसेट। गुडविल एक की है एसेट है साडा। सो जे गुडविल साडा एसेट है, सो एसेट किधरली साइड अपीयर करूगा सर? एसेट एसेट साइड अपीयर करूगा। सो जिवें ये बैलेंस शीट है, बैलेंस शीट दी एसेट साइड दे उत्ते की लिखिया होगा? गुडविल। ठीक है, इतने कोई भी वैल्यू गिवन हो सकती है। ठीक है, किमें होगा चेक करो। जिवें आ बैलेंस शीट का फॉर्मेट है, एसेट साइड मतलब इधरली साइड के उत्ते गुडविल लिखी होगी, गुडविल की कोई भी वैल्यू गिवन हो सकती। दिस इज नोन एज बैलेंस शीट की गुडविल। ठीक, हुण जिहड़ी है बैलेंस शीट वाली गुडविल है, इहदी की ट्रीटमेंट है? जिहड़ी है बैलेंस शीट की गुडविल है, ये किहदे च डिवाइड होगी? ये पार्टनर्स दे विच डिवाइड होगी, बट किहड़ी रेशियो डिवाइड होगी? दैट इज अ क्वेश्चन। हुण अपना चैप्टर चल रहा चेंज इन प्रॉफिट चेंज रेशियो। मैं तुहानूं सिर्फ एक गल पुछना चाहना कि जिहड़ी ये गुडविल है, ये गुडविल किहदे करके बनी है? जिहड़ी ये गुडविल साडा एसेट साइड अपीयर कर रही है, ये किहदे करके बनी है सर? गुडविल फर्म दी हुंदी है। सो सर फर्म दी गुडविल है, किहदे करके है सर? फर्म ने जो काम अज तक कीतागा ओहदे करके ओहदी रेपुटेशन बनी है। सो रेपुटेशन गुडविल कहंदे आ। अच्छा, सो काम किहने कीता सर? काम किहने कीता? पार्टनर्स ने कीता होगा। समझ लग रही है ना? गुडविल किहदी है? फर्म दी है। फर्म दी गुडविल मतलब रेपुटेशन। रेपुटेशन क्यों बनी है सर? क्योंकि फर्म ने काम किया। फर्म दे विच काम किहने कीता सर? पार्टनर्स ने कीता। किहड़े पार्टनर्स ने कीता?
ਸਰ ਜਿਹੜੇ ਪਾਰਟਨਰ ਸੀਗੇ ਫਾਰਮ ਦੇ ਵਿੱਚ ਉਸ ਟਾਈਮ ਦੇ ਉੱਤੇ ਮਤਲਬ ਪੁਰਾਣੇ ਪਾਰਟਨਰ। ਸੋ ਗੁੱਡਵਿਲ ਜਿਹੜੀ ਬੈਲੈਂਸ ਸ਼ੀਟ ਵਾਲੀ ਹੈ ਉਹ ਕਿੰਨਾ ਦੀ ਹੈ ਸਰ, ਉਹ ਪੁਰਾਣੇ ਪਾਰਟਨਰਸ ਕਰਕੇ ਹੋਈ ਹੈ। ਸੋ ਜਿਹੜੀ ਗੁੱਡਵਿਲ ਹੋਊਗੀ ਉਹ ਕਿਹੜੀ ਰੇਸ਼ੋ डिवाइड होगी सर, it would be divided in the old partners old ratio, it would be divided in the old partner old ratio। सर ਹੁਣ एंट्री ਦਾ ਦੱਸ ਦੋ ਕੀ ਹੈ। एंट्री देखो बेटे की है, ਜਿਹੜੀ ਇਹ ਗੁੱਡਵਿਲ ਹੈ ਇੱਕ, ਹੁਣ ਇਹ ਕਿੱਧਰ ਜਾਊਗੀ ਜਦੋਂ ਮੈਂ ਇਹਨੂੰ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰੂੰਗਾ, ਕਿਉਂਕਿ ਇਹ ਪਾਰਟਨਰਸ ਦੇ ਵਿੱਚ ਡਿਵਾਈਡ ਹੋਣੀ ਹੈ। मान लो दो पार्टनर्स है, मैं दो कॉलम ही बना रहे हैं, ठीक है। मान लो एक्स एंड वाई दो पार्टनर है। ਹੁਣ ਜਿਹੜੀ ਇਹ ਗੁੱਡਵਿਲ ਇੱਧਰ ਲਿਖੀ ਵੀ ਹੈ, ਸੋ ਇਹ ਟ੍ਰਾਂਸਫਰ ਕਿੱਧਰ ਹੋਗੀ, ਇਹ ਟ੍ਰਾਂਸਫਰ ਹੋਗੀ ਬੇਟੇ ਇਧਰਲੀ ਸਾਈਡ, ਠੀਕ ਹੈ। ਕ੍ਰਾਸ ਟ੍ਰਾਂਸਫਰ ਹੁੰਦੀ ਹੈ, ਇਧਰਲੀ ਚੀਜ਼ਾਂ ਇੱਧਰ ਜਾਂਦੀਆਂ ਕੈਪੀਟਲ ਦੇ ਵਿੱਚ, ਇਧਰਲੀ ਚੀਜ਼ਾਂ ਇੱਧਰ ਜਾਂਦੀਆਂ ਕੈਪੀਟਲ ਦੇ ਵਿੱਚ। ਸੋ ਇਹ ਕਿਹੜੀ ਸਾਈਡ ਹੈ, ਟੂ ਸਾਈਡ ਹੈ। ਸੋ ਇੱਥੇ ਲਿਖਾਂਗੇ ਆਪਾਂ ਟੂ ਗੁੱਡਵਿਲ, ਐਂਡ ਜਿਹੜੀ ਆ ਵੈਲਿਊ ਹੋਊਗੀ ਮੰਨ ਲਓ ਕਿ ਇੱਥੇ 100 ਰੁਪਈਆ, ਜਿਹੜਾ 100 ਰੁਪਈਆ ਹੋਊਗਾ 100 ਰੁਪਈਆ ओल्ड पार्टनर ਮੰਨ ਲਓ ਕਿ ਜਿਵੇਂ ਨਾ ਕੁਐਸਚਨ ਹੈ ਤੁਹਾਡਾ ਇੱਕ, एक्स एंड वाई वर पार्टनर, ਪਹਿਲਾਂ ਉਹ 3:1 ਦੇ ਵਿੱਚ ਪ੍ਰੋਫਿਟ ਸ਼ੇਅਰ ਕਰਦੇ ਆ, ਦਿਸ ਇਜ਼ ਦਾ 올ਡ ਰੇਸ਼ੋ। ਹੁਣ ਉਹਨਾਂ ਨੇ ਡਿਸਾਈਡ ਕੀਤਾ ਕਿ ਆਪਾਂ ਇਕੁਅਲੀ ਸ਼ੇਅਰ ਕਰਾਂਗੇ, ਦਿਸ ਇਜ਼ ਦਾ ਨਿਊ ਰੇਸ਼ੋ। ਜਿਹੜੀ ਇਹ ਗੁੱਡਵਿਲ ਹੈ ਕਿਹੜੀ ਰੇਸ਼ੋ ਡਿਵਾਈਡ ਹੋਗੀ ਸਰ, ਇਹ 올ਡ ਪਾਰਟਨਰਸ ਦੇ ਵਿੱਚ 올ਡ ਰੇਸ਼ੋ। ਸੋ ਆ ਜਿਹੜਾ 100 ਰੁਪੀਜ਼ ਹੈ ਇਹਨੂੰ ਆਪਾਂ ਕਿਹੜੀ ਰੇਸ਼ੋ ਡਿਵਾਈਡ ਕਰਾਂਗੇ, 올ਡ ਦੇ ਵਿੱਚ। 올ਡ ਕਿੰਨੀ ਹੈ 3:1, ਸੋ ਡਿਵਾਈਡ ਕਰਕੇ ਆਇਆ 75 ਐਂਡ 25, ਇਦਾਂ ਕਰਕੇ ਕਰ, ਠੀਕ ਹੈ। ਜਿਹੜੀ ਗੁੱਡਵਿਲ ਹੈ ਪਹਿਲਾਂ ਤਾਂ ਗੁੱਡਵਿਲ ਸਰ ਇੱਧਰ ਆਊਗੀ, ਓਕੇ ਹੈ ਬਿਲਕੁਲ, ਕਿਉਂਕਿ ਕ੍ਰਾਸ ਜਾਣੀ ਹੈ, ਜਿਹੜੀ ਇੱਧਰਲੀ ਚੀਜ਼ ਆ ਉਹ ਇੱਧਰ ਜਾਊਗੀ, ਜਿਹੜੀ ਇੱਧਰਲੀ ਚੀਜ਼ ਆ ਉਹ ਇੱਧਰ ਜਾਊਗੀ। ਕਿੰਨੇ ਰੁਪਏ ਦੀ ਗੁੱਡਵਿਲ ਹੈ ਸਰ, 100 ਰੁਪੀਜ਼ ਦੀ ਬੈਲੈਂਸ ਸ਼ੀਟ ਵਾਲੀ ਗੁੱਡਵਿਲ ਹੈ। ਬੇਟੇ ਕਿਹੜੀ ਰੇਸ਼ੋ ਡਿਵਾਈਡ ਹੋ ਸਰ, 올ਡ ਦੇ ਵਿੱਚ। 올ਡ ਕਿਹੜੀ ਹੈ ਚੈੱਕ ਕਰਦੇ ਕੁਐਸਚਨ ਦੇ ਵਿੱਚ, ਸਰ ਕੁਐਸਚਨ 'ਚ ਲਿਖਿਆ ਕਿ 올ਡ ਇਜ਼ 3:1, ਨਿਊ ਇਜ਼ 1:1। ਸਰ ਆਪਾਂ ਤਾਂ 올ਡ ਰੇਸ਼ੋ ਡਿਵਾਈਡ ਕਰਨਾਗਾ, 올ਡ ਰੇਸ਼ੋ 3:1 ਹੈ, 100 ਨੂੰ 3:1 'ਚ ਡਿਵਾਈਡ ਕੀਤਾ 75 ਐਂਡ 25, ਠੀਕ ਹੈ। x ਨੂੰ 75 ਐਂਡ y ਨੂੰ 25। ਹੁਣ ਗੱਲ ਰਹੀ ਐਂਟਰੀ ਦੇ ਉੱਤੇ, ਵਾਟ ਇਜ਼ ਦ ਜਨਰਲ ਐਂਟਰੀ। ਜਨਰਲ ਐਂਟਰੀ ਕੀ ਹੈ ਬੇਟੇ, ਜਨਰਲ ਐਂਟਰੀ ਪਾਸ ਕਰਦੇ ਬਿਨਾ ਇੱਕ ਸਿੰਪਲ ਜਿਹਾ ਲੌਜਿਕ ਹੈ, ਉਹ ਧਿਆਨ ਨਾਲ ਸਮਝ ਲਿਓ। ਦੇਖੋ ਜਨਰਲ ਐਂਟਰੀ ਕੀ ਹੈ ਬੇਟੇ, ਆ 2 ਲਿਖਿਆ ਨਾ, 2 ਗੁੱਡਵਿਲ, ਸੋ ਐਂਟਰੀ ਦੇ ਵਿੱਚ 2 ਗੁੱਡਵਿਲ ਲਿਖ ਲਓ, ਠੀਕ ਹੈ। ਗੁੱਡਵਿਲ ਦਾ ਪੈਸਾ ਮਿਲਿਆ ਕਿਹਨੂੰ ਹੈ ਸਰ, x ਐਂਡ y ਨੂੰ। x ਡੈਬਿਟ, y ਡੈਬਿਟ, x ਡੈਬਿਟ y ਡੈਬਿਟ। x ਦਾ ਕਿੰਨਾ ਗਾ 75, y ਦਾ ਕਿੰਨਾ 25, ਗੁੱਡਵਿਲ ਟੋਟਲ ਕਿੰਨੀ ਹੈ 100 ਰੁਪੀਜ਼। ਦਿਸ ਇਜ਼ ਅ ਜਨਰਲ ਐਂਟਰੀ ਫॉर ਗੁੱਡਵਿਲ, ਦਿਸ ਇਜ਼ ਅ ਜਨਰਲ ਐਂਟਰੀ ਫॉर ਗੁੱਡਵਿਲ। ਬੜੇ ਸਿੰਪਲ ਜੀ ਗੱਲ ਦੱਸਾਂ, ਜਿਹੜੀ ਇਧਰਲੇ ਪਾਸੇ ਚੀਜ਼ਾਂ ਹੁੰਦੀਆਂ ਡੈਬਿਟ, x ਅਕਾਊਂਟ ਡੈਬਿਟ, y ਅਕਾਊਂਟ ਡੈਬਿਟ ਟੂ ਗੁੱਡਵਿਲ। ਜੇ ਗੁੱਡਵਿਲ ਇੱਧਰ ਲਿਖੀ ਹੁੰਦੀ ਤਾਂ ਗੁੱਡਵਿਲ ਅਕਾਊਂਟ ਡੈਬਿਟ ਟੂ x ਟੂ y। ਜਿੱਥੇ 2 ਵਾਲੀ ਸਾਈਡ ਲਿਖਿਆ ਹੋਇਆ ਤਾਂ ਆ ਚੀਜ਼ਾਂ ਡੈਬਿਟ ਹੁੰਦੀਆਂ, ਜੇ ਬਾਈ ਵਾਲੀ ਸਾਈਡ ਲਿਖਿਆ ਤਾਂ ਆ ਚੀਜ਼ਾਂ 2 ਹੁੰਦੀਆਂ, ਠੀਕ ਹੈ। ਕਲੀਅਰ ਹੋਇਆ। ਐਂਟਰੀ ਕੀ ਹੈ ਬੇਟਾ, 2 ਲਿਖਿਆ ਹੋਇਆ 2 ਤਾਂ ਸਿੱਧਾ ਲਿਖ ਲਓ। ਉਸ ਤੋਂ ਬਾਅਦ ਦੂਜੀ ਚੀਜ਼ ਕੀ ਹੁੰਦੀ ਹੈ ਸਰ, ਕ੍ਰੈਡਿਟ ਹੈ ਤਾਂ ਉਹ ਡੈਬਿਟ ਹੋਊਗਾ। ਡੈਬਿਟ ਕੀ ਹੋਣਗੇ, ਪਾਰਟਨਰ ਦੇ ਨੇਮ, x ਅਕਾਊਂਟ ਡੈਬਿਟ, y ਅਕਾਊਂਟ ਡੈਬਿਟ ਟੂ ਗੁੱਡ, ਠੀਕ ਹੈ। ਕਲੀਅਰ ਹੋ ਗਈ ਜਨਰਲ ਐਂਟਰੀ गर्ल्स, जनरल एंट्री क्लियर है बेटे, जिन्हों जिन्हों जनरल एंट्री क्लियर है हैंड रेस कर दो। एंड जिन्हों डाउट है वो भी दस दो मैनू। दिस वाज द फर्स्ट क्वेश्चन। आप एक क्वेश्चन ही कीता, एक दो क्वेश्चन होर करांगे फिलहाल आ टॉपिक दे, ठीक है। सो एंट्री समझ लगी गुडविल दी। ਹੁਣ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਟ ਕਰਦਾ, ਤੁਸੀਂ ਉਹਦੀ ਐਂਟਰੀ ਦੇਖ ਲਿਓ ਦੁਬਾਰਾ, ਨਾਲੇ ਐਕਸਪਲੇਨ ਹੋ ਜਾਊਗੀ। ਖੁਦ ਟਰਾਈ ਕਰੋ ਸੋਲਵ ਕਰਨ ਦੀ ਕਿ ਐਂਟਰੀ ਕਿੱਦਾਂ ਪਾਸ ਹੋਊਗੀ, ਠੀਕ ਹੈ। ਓਕੇ, तो मैं दोबारा सारा कुछ करदा, दोबारा एक ਆਪਾਂ ਅਮਾਉਂਟ ਲੈ ਲੈਣੇ ਗੁੱਡਵਿਲ ਦੀ, ਦੁਬਾਰਾ ਇੱਕ ਕੁਐਸਚਨ ਨਵਾਂ ਲੈ ਲੈਣੇ। ਤੁਸੀਂ ਉਹ ਡਿਵਾਈਡ ਕਰਕੇ ਮੈਨੂੰ ਅਮਾਉਂਟਸ ਦੱਸ ਦਿਓ, ਠੀਕ ਹੈ, ਜਿਹਨੇ ਦੇਖ ਲਿਆ ਪਹਿਲੀ ਵਾਰ ਚ। ਬਾਕੀ ਟਰਾਈ ਕਰਿਓ, ਠੀਕ ਹੈ, ਕਿ ਸਮਝ ਲਿਓ। ओके सो चलो एक और क्वेश्चन करिए। फॉर एग्जाम्पल ना इस बार गुडविल मैं लिख रहा, गुडविल बैलेंस शीट वाली गुडविल है,
गुडविल अपीयर एट 20,000 ਦੀ ਗੁੱਡਵਿਲ ਹੈ ਠੀਕ ਹੈ ਕੁਐਸਚਨ ਲਿਖ ਰਿਹਾ ਪਹਿਲਾਂ ਮੈਂ x ਐਂਡ y ਦੋ ਪਾਰਟਨਰ ਸੀਗੇ ਕੁਐਸਚਨ ਇਜ਼ x ਐਂਡ y ਦੋ ਪਾਰਟਨਰ ਸੀਗੇ ਇਹਨਾਂ ਦੀ ਓਲਡ ਰੇਸ਼ੋ ਸੀਗੀ 2:3 ਇਹਨਾਂ ਨੇ ਡਿਸਾਈਡ ਕੀਤਾ ਕਿ ਨਿਊ ਰੇਸ਼ੋ ਵੁੱਡ ਬੀ 5:3 ਠੀਕ ਹੈ ਓਕੇ ਹੁਣ ਸਿੰਪਲ ਜੀ ਗੱਲ ਹੈ ਕਿ ਜਿਹੜੀ ਆ ਗੁੱਡਵਿਲ ਹੈ ਇਹ ਕਿਹੜੀ ਰੇਸ਼ੋ ਡਿਵਾਈਡ ਹੋਊਗੀ ਤਾਂ ਓਲਡ ਚ ਹੀ ਹੋਊਗੀ ਸੋ ਸਰ ਸਾਡਾ ਕੰਮ ਤਾਂ ਇੱਥੇ ਤੱਕ ਹੀ ਹੈ ਠੀਕ ਹੈ ਓਲਡ ਰੇਸ਼ੋ ਡਿਵਾਈਡ ਹੋਊਗੀ 2:3 ਹੁਣ ਆ ਗੁੱਡਵਿਲ ਇਧਰਲੀ ਸਾਈਡ ਹੈ ਸੋ ਇਹ ਕਿੱਧਰ ਆਊਗੀ ਟ੍ਰਾਂਸਫਰ ਹੋ ਕੇ ਸਰ ਇਧਰਲੀ ਸਾਈਡ ਆਊਗੀ ਠੀਕ ਹੈ ਧਿਆਨ ਨਾਲ ਦੇਖ ਲਓ ਕ੍ਰਾਸ ਜਾਊਗੀ ਇਧਰਲੀ ਚੀਜ਼ ਇੱਧਰ ਇਧਰਲੀ ਚੀਜ਼ ਇੱਧਰ ਸੋ ਇੱਥੇ ਲਿਖਾਂਗੇ ਆਪਾਂ 2 ਗੁੱਡਵਿਲ ਠੀਕ ਹੈ 20,000 ਦੀ ਗੁੱਡਵਿਲ ਹੈ 20,000 ਨੂੰ ਕਿਹੜੀ ਰੇਸ਼ੋ ਡਿਵਾਈਡ ਕਰਾਂਗੇ ਸਰ 2:3 20,000 ਨੂੰ ਡਿਵਾਈਡ ਕਰਾਂਗੇ 2:3 ਤੇ 2/5 and 3/5 ठीक 5 1 the 5 5 for the 20 4 to the 8 5 for the 20 4 3 8 कितना आया 8,000 ਤੇ 12,000 x से लिखांगे 8,000 y ਚ ਲਿਖਾਂਗੇ 12,000 ਰਹੀ ਗੱਲ ਐਂਟਰੀ ਦੀ ਆ 2 ਹੈ ਸੋ ਐਂਟਰੀ ਦੇ ਵਿੱਚ ਆਪਾਂ ਲਿਖਾਂਗੇ 2 ਗੁੱਡਵਿਲ ਕੀ ਲਿਖਾਂਗੇ 2 ਗੁੱਡਵਿਲ ਸੋ ਮੈਂ ਥੋੜਾ ਰਬ ਕਰ ਲਾਂ ਇਹਨੂੰ ਬੋਰਡ ਨੂੰ ਕਲੀਅਰ ਕਰ ਲਾਂ एंट्री की लिखांगे 2 गुडविल ठीक है गर्ल समझ लग गई ना सारा नु एंट्री पास करके दस दो जे समझ लग चुकी है कोई भी की पास हो गया देखो गुडविल 2 लिखा हुआ सो आप एंट्री दे विच पहली गल लिखांगे 2 गुडविल अकाउंट कितनी अमाउंट सी 20,000 गुडविल का पैसा मिलना किनू है सर एक्स नु एंड वाई नु एक्स डेबिट बेटे एक्स नाल कदे अकाउंट नहीं बनता नेम दे नाल अकाउंट नहीं ना बनता एक्स डेबिट वाई डेबिट कितनी अमाउंट आई है एक्स दे विच आई है 8,000 वाई दे विच आई है 12,000 ठीक है दिस इज योर जर्नल एंट्री क्लियर हो गया 2 गुडविल सी ना 2 गुडविल लिख लिया उस बाद ये तो क्रेडिट हो चुका है डेबिट की होगा डेबिट होंगे पार्टनर्स ठीक है जे इधरली चीज है तो इदा करके लिखांगे जे इधरली कोई चीज होंगी तो आप वो लिखते इधर बाय लिख के बाय का मतलब डेबिट फिर आप चीज ਨੂੰ डेबिट कर देंगे पार्टनर्स ਨੂੰ क्रेडिट कर देंगे पार्टनर्स ਨੂੰ 2 लिख के पा देंगे गर्ल्स क्लियर है सारे ਨੂੰ किसी ਨੂੰ कोई डाउट आया किसी ਨੂੰ कोई भी छोटा मोटा डाउट पूछ लो ओके एक क्वेश्चन मैं होर लिख रहा ਤੁਸੀਂ ਉਹਨੂੰ ਸੋਲਵ ਕਰਕੇ ਮੈਨੂੰ ਐਂਟਰੀ ਪਾਸ ਕਰਕੇ ਦਿਓ ਠੀਕ ਹੈ ਫਿਰ ਆਪਾਂ ਚੱਲਦੇ ਨੈਕਸਟ ਤੇ ਠੀਕ ਹੈ ਗੁੱਡਵਿਲ सेकंड टाइप ऑफ गुडविल से चलांगे इस बाद पहला एक क्वेश्चन लिख लो लिखो A and B were two partners ठीक है A and B were two partners ਉਹ ਪ੍ਰੋਫਿਟ ਸ਼ੇਅਰ ਕਰਦੇ ਸੀਗੇ 2:1 ਲਈ ਐਂਡ ਉਹਨਾਂ ਨੇ ਹੁਣ ਡਿਸਾਈਡ ਕੀਤਾ ਕਿ ਉਹ ਪ੍ਰੋਫਿਟ ਸ਼ੇਅਰ ਕਰਨਗੇ 3:2 ਦੇ ਵਿੱਚ so this is your old ratio and this is your new ratio ठीक है बैलेंस शीट क्वेश्चन च बनी हुई है बैलेंस शीट ਦੇ ਵਿੱਚ ਐਸੈਟ ਸਾਈਡ ਤੇ ਲਿਖਿਆ ਹੋਇਆ ਗੁੱਡਵਿਲ 9,000 ठीक है ਤੁਸੀਂ ਇਹਦੀ ਮੈਨੂੰ ਜਨਰਲ ਐਂਟਰੀ ਪਾਸ ਕਰਕੇ ਦਿਓ ठीक है एंट्री पास करो you have 2 minutes 2 मिनट ਵਿੱਚ एंट्री पास करके दो क्वेश्चन देख लो ए एंड बी दो पार्टनर है ओल्ड रेशियो 2:1 है न्यू रेशियो 3:2 है बैलेंस शीट ਦੇ ਵਿੱਚ गुडविल लिखी हुई है 9,000 चलो कल ही एंट्री पास करके दो व्हाट इज द जनरल एंट्री ठीक है क्वेश्चन नोट कर लिया सी जे किसी का कोई क्वेश्चन लिखने वाला रह गया तो हैंड रेज कर दो मैंने पता लगे क्वेश्चन रहता फिर मैं क्वेश्चन दोबारा दिखा देना स्क्रीनशॉट ले लियो एंड उसके बाद क्वेश्चन सॉल्व कर लियो सर हो गया सॉल्व हो यस गया सर व्हाट इज द एंट्री
ਸਰ ਏਜ ਡੈਬਿਟ ਹੋਊਗੀ ਸਰ 6000 ਨਾਲ ਤੇ ਸਰ ਬੀ ਹੋਊਗੀ 3000 ਨਾਲ A ਤੇ ਸਰ ਉਹਨਾਂ debit ਦੀ 6000 A debit 6000, B debit 3000, 3000 and total yes. amount sir goodwill 9000 To goodwill account sir 9000. 9000 ठीक है, मतलब कि this is a journal entry. So A debit 6000, B debit 3000, to goodwill account 9000. ठीक है, यही एंट्री बोली है सारा ने। बाकी चेक करियो एंट्री सही है, जे किसी ने लगता कि एंट्री गलत है तो मैं दसो माड़ा जा। अच्छा कोमल कहती सर यही सही है, जसप्रीत कहती यही सही है। गर्ल्स जिन्हों लगता है एंट्री सही है हैंड रेस करो, जिन लगता है एंट्री गलत है वो मैंने सही एंट्री पास करके दो, बट जल्दी। ओके एक काम करते हैं, मैं ना थोनो ਜਿਹਨੂੰ थोड़ा बहुत डाउट होगा मैं एक्सप्लेन दोबारा कर देना, ਤੁਸੀਂ ਚੈੱਕ ਕਰ ਲਿਓ ਵੀ ਕਿਵੇਂ ਐਂਟਰੀ ਸਹੀ ਪਈ ਹੈ, ਸਹੀ ਕਿਉਂ ਐਂਟਰੀ ਗਲਤ ਕਿਉਂ ਨਹੀਂ। ਠੀਕ ਹੈ ਚੈੱਕ ਕਰੋ ਅੱਗੇ। ਹੁਣ ਨਾ ਗੁੱਡਵਿਲ ਇੱਧਰ ਲਿਖੀ ਵੀ ਹੈ, ਸੋ ਆਪਾਂ ਕੈਪੀਟਲ ਅਕਾਊਂਟ ਚ ਇਧਰਲੀ ਸਾਈਡ ਟ੍ਰਾਂਸਫਰ ਕਰਾਂਗੇ। ਮੈਂ ਨਾ ਇੱਥੇ ਰਫ ਜਿਹਾ ਕੈਪੀਟਲ ਅਕਾਊਂਟ ਬਣਾ ਲਿਆ, ਕੈਪੀਟਲ ਅਕਾਊਂਟ ਬਣਾ ਰਿਹਾ। ਕਿੰਨੇ ਪਾਰਟਨਰਸ ਹੈ ਸਰ? ਦੋ ਪਾਰਟਨਰਸ ਹੈ, ਦੋ ਕਾਲਮ ਬਣਾ ਲੈਣੇ ਆ। ਕਿਹੜੇ ਕਿਹੜੇ ਪਾਰਟਨਰਸ ਹੈ ਸਰ? A ਐਂਡ B, A ਐਂਡ B। ਸਰ ਗੁੱਡਵਿਲ ਇਧਰਲੀ ਸਾਈਡ ਹੈ, ਇਸ ਕਰਕੇ ਆਪਾਂ ਇਧਰਲੀ ਸਾਈਡ ਟ੍ਰਾਂਸਫਰ ਕਰਾਂਗੇ। ਮੈਂ ਇੱਥੇ ਲਿਖੂੰਗਾ ਟੂ ਗੁੱਡਵਿਲ। ਠੀਕ ਹੈ 9000 ਦੀ ਗੁੱਡਵਿਲ ਹੈ, ਕਿਹੜੀ ਰੇਸ਼ੀਓ ਡਿਵਾਈਡ ਹੋਗੀ ਸਰ? 올ਡ ਰੇਸ਼ੀਓ। ਬੇਟੇ 올ਡ ਰੇਸ਼ੀਓ ਕਿਹੜੀ ਹੈ? 2:1। 2:1 ਚ ਜਦੋਂ ਮੈਂ ਡਿਵਾਈਡ ਕਰੂੰਗਾ 9000 ਨੂੰ 6000 ਤੇ 3000 ਹੋ ਜਾਊਗਾ। ਠੀਕ ਹੈ ਮੈਂ ਇੱਥੇ ਲਿਖੂੰਗਾ 6000, ਇੱਥੇ ਲਿਖੂੰਗਾ 3000। ओके बेटे टू गुडविल है, इस करके एंट्री से मैं लिखा टू गुडविल, बिल्कुल सही हूँ फिलहाल तो। जे जी टू होगी तो डेबिट की होगा सर? ए एंड बी, ए डेबिट बी डेबिट, इतने तक सही है। अमाउंट सर ए ਦੇ ਵਿੱਚ ਲਿਖੋ 6000 ਸਹੀ ਹੈ ਸਰ, ਬੀ ਵਿੱਚ ਲਿਖੋ 3000 ਬਿਲਕੁਲ ਸਹੀ ਹੈ। ਟੋਟਲ ਗੁੱਡਵਿਲ ਕਿੰਨੇ ਦੀ ਸੀ ਸਰ? 9000 ਦੀ, ਇਹ ਵੀ ਓਕੇ ਸਰ। ਸੋ ਐਂਟਰੀ ਕੀ ਹੈ? ਸਹੀ ਹੈ। ਸਾਰਿਆਂ ਨੂੰ ਕਲੀਅਰ ਹੋ ਗਿਆ? गर्ल्स सारे नु एंट्री क्लियर है? जिन्हें क्लियर है हैंड रेस कर दो। लवप्रीत एंट्री क्लियर है कि डाउट है? जे डाउट है तो बेटे क्वेश्चन पूछ कर ला कि सर आज चीज नहीं समझ लगी मैनू दस दे, फिर मैं वो चीज एक्सप्लेन कर दूंगा। सुखमन क्लियर है कि डाउटफुल है? ओके सो ना आप सेकंड टाइप ऑफ गुडविल कर रहे हैं बेटे, गुडविल एडजस्टमेंट वाली। ठीक है एडजस्टमेंट वाली गुडविल च की होगा, ਉਹਦੇ ਵਿੱਚ ਹੋ ਸਕਦਾ ਬੇਟੇ ਬੈਲੈਂਸ ਸ਼ੀਟ ਦੇ ਵਿੱਚ ਗੁੱਡਵਿਲ ਲਿਖੀ ਹੋਵੇ, ਹੋ ਸਕਦਾ ਬੈਲੈਂਸ ਸ਼ੀਟ ਦੇ ਵਿੱਚ ਗੁੱਡਵਿਲ ਨਾ ਲਿਖੀ ਹੋਵੇ। ਦਿਸ ਇਜ਼ ਪਹਿਲੀ ਟਾਈਪ ਆਫ ਗੁੱਡਵਿਲ। एडजस्टमेंट ਦੇ ਵਿੱਚ ਕੀ ਲਿਖਿਆ ਹੋਊਗਾ? एडजस्टमेंट ਦੇ ਵਿੱਚ ਲਿਖਿਆ ਹੋਊਗਾ, एडजस्टमेंट ਕਹਿ ਲਓ ਜਾਂ ਐਡੀਸ਼ਨਲ ਇਨਫੋਰਮੇਸ਼ਨ ਕਹਿ ਲਓ, ਉੱਚ ਪੁਆਇੰਟ ਲਿਖਿਆ ਹੋਊਗਾ ਗੁੱਡਵਿਲ ਆਫ ਦਾ ਫਰਮ is valued at 60,000। कुछ भी लिखा होगा 60,000 ਦਾ ਮੈਂ ਆਪਣੀ ਅਮਾਉਂਟ ਅਸਿਊਮ ਕਰ ਰਿਹਾ। ਠੀਕ ਹੈ ਇਦਾਂ ਦਾ ਕੁਐਸਚਨ ਹੋਊਗਾ, ਚੈੱਕ ਕਰੋ ਵੀ ਹੋਊਗਾ ਕਿਦਾਂ ਦਾ। ਜਿਵੇਂ ਕੁਐਸਚਨ ਇਜ਼ A ਐਂਡ B ਵਰ ਪਾਰਟਨਰ, 올ਡ ਰੇਸ਼ੀਓ 2:1, ਨਿਊ ਉਹਨਾਂ ਨੇ ਡਿਸਾਈਡ ਕੀਤੀ 3:2। बैलेंस शीट बनी हुई है, बैलेंस शीट च हो सकता गुडविल लिखी होवे, हो सकता गुडविल ना लिखी होवे। जे गुडविल हुई बेटे जिवें आपां पहली ट्रीटमेंट कीती है उवें ही ਇਹਦਾ ਕੰਮ ਤਾਂ ਇਹਦਾ ਤਾਂ ਉਵੇਂ ਹੀ ਹੋਊਗਾ, ਇਹਦਾ ਕੋਈ ਪ੍ਰੋਬਲਮ ਨਹੀਂ। ਜਿਹੜੀ ਸੈਕਿੰਡ ਟਾਈਪ ਆਫ ਗੁੱਡਵਿਲ ਆ ਉਹ ਕਿੱਥੇ ਲਿਖੀ ਹੋਊਗੀ? ਐਡਜਸਟਮੈਂਟ ਦੇ ਵਿੱਚ। ਐਡਜਸਟਮੈਂਟ ਕਹਿ ਲਓ ਜਾਂ ਐਡੀਸ਼ਨਲ ਇਨਫੋਰਮੇਸ਼ਨ ਕਹਿ ਲਓ, ਉਹ ਚ ਕੀ ਲਿਖਿਆ ਹੋਊਗਾ? ਗੁੱਡਵਿਲ ਆਫ ਦਾ ਫਰਮ ਇਜ਼ ਵੈਲਿਊਡ ਐਟ ਕੁਝ ਵੈਲਿਊ ਗਿਵਨ ਹੋਗੀ ਹੈ, ਫਰਮ ਦੀ ਗੁੱਡਵਿਲ ਹੁੰਦੀ ਹੈ। ਠੀਕ ਹੈ ਤੁਸੀਂ ਕਰਨਾ ਕੀ ਹੈ, ਤੁਸੀਂ ਛੋਟਾ ਜਿਹਾ ਟ੍ਰਿਕ ਯੂਜ਼ ਕਰਨਾ। ਕੀ ਯੂਜ਼ ਕਰਨਾ ਤੁਹਾਨੂੰ ਨਾ, ਅੱਜ ਮੈਂ ਇੱਕ ਨਿਊ
ਟਾਈਪ ਆਫ ਰੇਸ਼ੋ ਦੱਸ ਰਿਹਾ, that is sacrificing, that is sacrificing। ਜਿਹੜੀ ਐਡਜਸਟਮੈਂਟ ਵਾਲੀ ਗੁੱਡਵਿਲ ਹੁੰਦੀ ਹੈ ਨਾ, ਇਹ ਕਿਹੜੀ ਰੇਸ਼ੋ ਡਿਵਾਈਡ ਕੀਤੀ ਜਾਂਦੀ ਹੈ, ਸੈਕਰੀਫਾਈਸਿੰਗ ਰੇਸ਼ੋ ਜੀ ਡਿਸਾਈਡ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ what is the formula for calculation of sacrificing ratio? Sacrificing ratio is old ratio minus new ratio। sacrificing ratio ਦਾ formula ਕੀ ਹੈ, old ratio minus new ratio। sacrificing ratio ਦਾ formula ਕੀ ਹੈ, old minus new। ਬੇਟੇ old ਕਿੰਨੀ ਹੈ, new ਕਿੰਨੀ ਹੈ, ਉਹ ਕਿਵੇਂ find out ਹੋਗੀ? ਆਪਾਂ ਨਾ A ਦੀ separate find out ਕਰਦੇ ਹਾਂ, B ਦੀ separate, ਮਤਲਬ ਕਿ ਦੋ ਅਲੱਗ-ਅਲੱਗ ਪਾਰਟਨਰ, ਜੇ C ਵੀ ਹੁੰਦਾ ਅਲੱਗ-ਅਲੱਗ ਪਾਰਟਨਰ, ਆਪਾਂ C ਦੀ ਅਲੱਗ find out ਕਰਦੇ। ਕਿਵੇਂ find out ਹੁੰਦੀ ਹੈ, ਚੈੱਕ ਕਰੋ। A ਦਾ ਪੁਰਾਣਾ ਸ਼ੇਅਰ ਕਿੰਨਾ, what is old share? Sir old share is 2/3। 2/3 ਕਿਵੇਂ, 2 + 1 ਕਿੰਨਾ ਹੋ ਗਿਆ, 3। ਮਤਲਬ ਕਿ ਜੇ ਮੈਂ ਇਹਨੂੰ ਸਿੰਪਲੀਫਾਈ ਕਰਕੇ ਇਹਨੂੰ ਨਾ ਇਹਦੇ ਰੇਸ਼ੋ ਦੇ ਅਕੋਰਡਿੰਗ ਲਿਖਾਂ, A ਤੇ B ਨੂੰ, ओल्ड बनूगी 2/3, B ਦੀ ਬਣੂਗੀ 1/3। ਇਹ ਤੇ ਹੋ ਗਿਆ ओल्ड। न्यू हो गया 3, 3 + 2 5, 3/5 एंड 2/5। ਆ ਚੀਜ਼ ਕਲੀਅਰ ਹੈ ਨਾ? ਆ ਤਾਂ ਤੁਹਾਨੂੰ ਪਤਾ ਹੀ ਹੈ, ਫ੍ਰੈਕਸ਼ਨ ਨੂੰ ਜਦੋਂ ਆਪਾਂ ਰੇਸ਼ੀਓ ਚੇਂਜ ਕਰਦੇ ਹਾਂ ਤਾਂ ਕਿਵੇਂ ਕਰਦੇ ਆ ਰੇਸ਼ੀਓ ਨੂੰ ਫ੍ਰੈਕਸ਼ਨ, ਠੀਕ ਹੈ। ਆ सर 2 समझ नहीं आया। 2/3, 2 + 1 3 ਹੋ ਗਿਆ, 1 1/3, 2 + 1 ਇਹ ਪਹਿਲੇ ਚੈप्टर ਦਾ ਪਾर्ट ਹੀ। ਹੁਣ ਬੇਟੇ ओल्ड माइनस न्यू इज योर फार्मूला, ओल्ड माइनस न्यू 2/3 - 3/5 ਆ ਫਾਰਮੂਲਾ। A ਦਾ ਇਦਾਂ ਆ ਜਾਊਗਾ, B ਦਾ ਕਿਵੇਂ ਹੋਊਗਾ, 1/3 - 2/5। ਠੀਕ ਹੈ, ਚੈੱਕ ਕਰੋ ਕਿਵੇਂ ਲਿਖਾਂਗੇ ਆਪਾਂ, 2/3 - 3/5 ਇਹ ਆ ਗਿਆ A ਦਾ। B ਦਾ ਕਿੰਨਾ, 1/3 2/5, 1/3 - 2/5 ਦੋ ਹੀ ਪਾਰਟਨਰ ਹੈ। ਠੀਕ ਹੈ, ਆਪਾਂ ਸਿੱਧਾ ਫਾਰਮੂਲਾ ਯੂਜ਼ ਕਰ ਰਹੇ ਹਾਂ। ਕਿਵੇਂ ਕੀਤਾ, ओल्ड न्यू 2/3 - 3/5, 1/3 - 2/5 ਆ A ਦਾ ਹੋ ਗਿਆ, B ਦਾ ਹੋ ਗਿਆ। ਠੀਕ ਹੈ, ਇਹਨੂੰ ਏਦਾਂ ਕਰਕੇ ਲਿਖ ਲਿਆ। ਹੁਣ ਸੋਲਵ ਕਰਦੇ ਹੋਏ ਜਦੋਂ ਆਪਾਂ ਦੇਖਾਂਗੇ ਐਲਸੀਐਮ ਲੈਣਾ ਪਊਗਾ, 15 ਐਲਸੀਐਮ ਆ ਗਿਆ, 5 2 10, 3 3 9। ठीक है, 15 5 - 6। ठीक है, सॉल्व किया था कितना आया, 1/15 एंड ये आया -1/15। ये कितना आया, 1/15 आ कितना आया, -1/15। बिकॉज ਉਹਦੇ ਇੱਕ ਰੀਜ਼ਨ ਦੱਸਦਾ ਕਿ ਇੱਕ ਪਲੱਸ ਚਾਹੋ ਇੱਕ ਮਾਈਨਸ ਚਾਹੋ, ਤਾਂ ਰੀਜ਼ਨ ਕੀ ਹੈ, ਦੇਖੋ ਆਪਾਂ ਰੇਸ਼ੋ ਚੇਂਜ ਕੀਤੀ ਹੈ, ਕਿਸੇ ਦਾ ਸ਼ੇਅਰ ਵੱਧ ਗਿਆ ਹੋਊਗਾ, ਕਿਸੇ ਦਾ ਸ਼ੇਅਰ ਘਟ ਗਿਆ, ਕਿਉਂਕਿ ਬੇਟੇ 100 ਰੁਪਏ ਮਿਲਣਾ ਸੀ ਟੋਟਲ, ਹਜੇ ਵੀ 100 ਹੀ ਮਿਲਦੇ ਆ। ਪਹਿਲਾਂ 100 ਰੁਪਿਆ 2:1 ਚ ਡਿਵਾਈਡ ਕਰਦੇ ਸੀ, ਹੁਣ 100 ਰੁਪਿਆ 3:2 ਚ ਡਿਵਾਈਡ ਕਰਦੇ ਆ। ਜੇ ਇੱਕ ਦਾ ਵਧੂਗਾ ਤਾਂ ਦੂਜੇ ਦਾ ਆਟੋਮੈਟਿਕਲੀ ਘਟੂਗਾ, ਕਿਉਂਕਿ ਪੈਸਾ ਤਾਂ ਉਨਾ ਹੀ ਹੈ। ਠੀਕ ਹੈ, ਮਤਲਬ ਕਿ ਮੈਂ ਨਾ ਛੋਟੀ ਐਗਜ਼ਾਮਪਲ ਦਿੰਦਾ, ਫॉर ਐਗਜ਼ਾਮਪਲ ਨਾ 100 ਰੁਪਏ ਸੀਗੇ, ਆ ਕੁਐਸਚਨ ਤੋਂ ਬਿਨਾਂ ਪਹਿਲਾਂ ਨਾ ਉਹ ਦੋਨੇ 50 ਰੁਪਏ ਸ਼ੇਅਰ ਕਰਦੇ ਸੀਗੇ। ਹੁਣ ਜੇ A ਨੂੰ 75 ਪੇ ਕਰਨੇ ਆ ਪੈਸੇ ਦਾ, 100 ਹੀ ਹੈ, ਤਾਂ B ਦਾ ਕਿੰਨਾ ਰਹਿ ਜਾਊਗਾ, 25। ਦੈਟ ਮੀਨਸ ਕਿ ਜੇ ਇੱਕ ਦੇ ਰੁਪਏ ਵੱਧ ਰਿਹਾ ਤਾਂ ਦੂਜੇ ਦੇ ਕੀ ਕਰ ਰਿਹਾ, ਘਟ ਰਿਹਾ, ਕਿਉਂਕਿ ਇਹਦੇ ਕੀ ਹੋਇਆ, +25 ਹੋ ਗਿਆ, ਇਹਦਾ ਕੀ ਹੋ ਗਿਆ, -25 ਹੋ ਗਿਆ। ਇਸ ਕਰਕੇ ਜਿੰਨਾ ਆਂਸਰ ਤੁਹਾਡਾ ਆ ਰਿਹਾ ਹੋਊਗਾ, ਜਿੰਨਾ ਪਲੱਸ ਆ ਰਿਹਾ ਹੋਊ, ਉਨਾ ਹੀ ਕੀ ਹੋਊਗਾ ਮਾਈਨਸ, ਜਿੰਨਾ ਸੈਕਰੀਫਾਈਸ ਆ ਰਿਹਾ ਉਨਾ ਹੀ ਕੀ ਹੋਊਗਾ ਗੇਨ। ਹੁਣ ਬੇਟੇ ਇਹ ਰੇਸ਼ੋ ਕਿਹੜੀ ਹੈ, ਉਹ ਦੱਸੋ ਪਹਿਲਾਂ। ਸਰ ਇਹ ਹੈਗੀ ਸੈਕਰੀਫਾਈਸਿੰਗ ਰੇਸ਼ੋ, ਦਿਸ ਇਜ਼ योर ਸੈਕਰੀਫਾਈਸਿੰਗ ਰੇਸ਼ੋ। ਮੈਂ ਹੁਣ ਤੁਹਾਨੂੰ ਨਾ ਇੱਕ ਛੋਟੀ ਜਿਹੀ ਪੁੱਛਦਾ, ਤੁਸੀਂ ਨਾ ਪ੍ਰੋਫਿਟ ਕੈਲਕੂਲੇਟ ਕਰ ਰਹੇ ਹੋ, ਜੇ ਤੁਹਾਡਾ ਪ੍ਰੋਫਿਟ ਨੈਗੇਟਿਵ ਚ ਆ ਗਿਆ ਤਾਂ ਦੈਟ ਮੀਨਸ ਉਹ ਕੀ ਹੋਊਗਾ ਤੁਹਾਡਾ, ਜੇ ਤੁਹਾਡਾ ਪ੍ਰੋਫਿਟ ਨੈਗੇਟਿਵ ਚ ਆ ਗਿਆ, ਨੈਗੇਟਿਵ ਮਤਲਬ ਮਾਈਨਸ ਚ ਆ ਗਿਆ, ਤਾਂ ਉਹਨੂੰ ਆਪਾਂ ਕੀ ਬੋਲਾਂਗੇ, ਗਲਤ ਰਿਪਲਾਈ ਕਰ ਦੋ। ਜੇ ਤੁਹਾਡਾ ਤੁਸੀਂ ਨਾ ਪ੍ਰੋਫਿਟ ਲੱਭ ਰਹੇ ਸੀਗੇ, ਤੁਹਾਡਾ ਪ੍ਰੋਫਿਟ ਮਾਈਨਸ ਚ ਆ ਗਿਆ, ਸੋ ਤੁਸੀਂ ਉਹ ਪ੍ਰੋਫਿਟ ਨੂੰ ਕੀ ਬੋਲੋਗੇ, ਕੀ ਉਹ ਤੁਹਾਡਾ ਪ੍ਰੋਫਿਟ ਹੈ, ਉਹਨੂੰ ਆਪਾਂ ਕੀ ਬੋਲਾਂਗੇ, ਸਰ ਲॉस ਬੋਲਾਂਗੇ। ਕੀ ਬੋਲਾਂਗੇ, ਲॉस। ਜੇ ਪ੍ਰੋਫਿਟ ਮਾਈਨਸ ਚ ਆ ਗਿਆ ਉਹਨੂੰ ਆਪਾਂ ਲॉस ਬੋਲ ਦਾਂਗੇ। ਸੇਮ ਜੇ ਆਪਣਾ ਸੈਕਰੀਫਾਈਸ ਮਾਈਨਸ ਚ ਆ ਗਿਆ ਤਾਂ ਆਪਾਂ ਉਹਨੂੰ ਕੀ ਬੋਲਾਂਗੇ, ਗੇਨ। ਜੇ ਆਪਣਾ ਸੈਕਰੀਫਾਈਸ ਮਾਈਨਸ ਚ ਆ ਗਿਆ ਤਾਂ ਆਪਾਂ ਉਹਨੂੰ ਕੀ ਬੋਲਾਂਗੇ, ਗੇਨ। ਹੁਣ ਚੈੱਕ ਕਰੋ ਬੇਟੇ, ਸੈਕਰੀਫਾਈਸਿੰਗ ਰੇਸ਼ੋ ਲੱਭ ਰਹੇ ਆ, ਆ ਤੁਹਾਡਾ ਹੋ ਗਿਆ ਸੈਕਰੀਫਾਈਸ, ਕਿਉਂਕਿ ਇਹ ਪੋਜ਼ਿਟਿਵ ਹੀ ਹੈ। ਜਿਹੜਾ ਤੁਹਾਡਾ ਮਾਈਨਸ ਦਾ ਸੈਕਰੀਫਾਈਸ ਆ ਗਿਆ ਉਹ ਤੁਹਾਡਾ ਕੀ ਬਣ ਜਾਊਗਾ, ਗੇਨ। ਮੈਂ ਜੀ ਲਿਖ ਰਿਹਾ ਗੇਨ ਨੂੰ, ਸੈਕਰੀਫਾਈਸਿੰਗ ਨੂੰ ਐਸ ਲਿਖ ਰਿਹਾ। ਸੋ ਇੱਕ ਗੇਨ ਹੈ ਤੁਹਾਡਾ, ਇੱਕ ਤੁਹਾਡਾ ਕੀ ਹੈ, ਸੈਕਰੀਫਾਈਸ। ਇੱਕ ਤੁਹਾਡਾ ਪ੍ਰੋਫਿਟ ਹੈ ਇੱਕ ਬੰਦੇ ਦਾ, ਦੂਜੇ ਬੰਦੇ ਦਾ ਕੀ ਹੈ, ਲॉस। ਠੀਕ ਹੈ, ਇਸੇ ਦਾ ਕਲੀਅਰ ਹੈ ਗੱਲ ਸਾਰਿਆਂ ਨੂੰ। ਮੈਂ ਕੀਤਾ ਸਭ ਤੋਂ ਪਹਿਲਾ ਸਟੈਪ, ਇਸ ਟ੍ਰੀਟਮੈਂਟ ਦਾ ਸਭ ਤੋਂ ਪਹਿਲਾ ਸਟੈਪ ਤੇ ਸੈਕਰੀਫਾਈਸਿੰਗ ਰੇਸ਼ੋ ਲੱਭਣਾ। ਸੈਕਰੀਫਾਈਸਿੰਗ ਰੇਸ਼ੋ ਦਾ ਫਾਰਮੂਲਾ ਕੀ ਹੈ, ओल्ड ਰੇਸ਼ੋ ਮਾਈਨਸ ਨਿਊ ਰੇਸ਼ੋ। ਜਿੰਨੇ ਪਾਰਟਨਰਸ ਹੋਣਗੇ ਅਲੱਗ ਅਲੱਗ ਕਰਕੇ ਫਾਈਂਡ ਆਊਟ ਕਰ ਲਿਓ, ਇੰਨੀ ਗੱਲ ਦਾ ਧਿਆਨ ਰੱਖ ਲਿਓ। ਜੇ ਤੁਸੀਂ ਆਹ ਕੈਲਕੂਲੇਟ ਕਰ ਰਹੇ ਹੋਗੇ, ਜਿੰਨਾ ਪਲੱਸ ਦਾ ਬਣ ਰਿਹਾ ਹੋਊਗਾ ਉਨਾ ਹੀ ਕਿਹਦਾ ਬਣੂਗਾ, ਮਾਈਨਸ ਦਾ ਬਣੂਗਾ।
ठीक है गर्ल्स, ਇਹਦਾ ਸਕਰੀਨਸ਼ਾਟ ਲੈ ਲਓ। ठीक है, ਲੈ ਲਿਆ ਸਕਰੀਨਸ਼ਾਟ। ਮੈਂ ਅੱਗੇ ਸਮਝਾਦਾ, ਅੱਗੇ ਕੀ ਕਰਨਾ, ਨੈਕਸਟ ਸਟੈਪ ਕੀ ਹੋਊਗਾ ਸਾਡਾ। नो सर। ਲਿਆ ਨਹੀਂ, 1 ਮਿੰਟ ਦੁਬਾਰਾ ਰੁਕੋ। ਆ ਲਓ ਜਲਦੀ ਸਕਰੀਨਸ਼ਾਟ ਲੈ ਲਓ ਉਹਦਾ। ਕਲੀਅਰ ਹੈ ਨਾ ਸਾਰਿਆਂ ਨੂੰ। हो गया, यस सर। ओके। सारे ਨੂੰ ਸਮਝ ਤਾਂ ਲੱਗ ਗਿਆ ਨਾ ਕਿ ਸੈਕਰੀਫਾਈਸਿੰਗ ਰੇਸ਼ੋ ਦਾ ਫਾਰਮੂਲਾ ਕੀ ਹੈ। ओल्ड रेशियो माइनस न्यू रेशियो। सब तो पहला काम तो ਤੁਸੀਂ ਸੈਕਰੀਫਾਈਸਿੰਗ ਰੇਸ਼ੋ ਕੈਲਕੂਲੇਟ ਕਰਨਾ, ਕਰ ਲਓਗੇ। ਉਸ ਤੋਂ ਬਾਅਦ ਦੇਖੋ ਨੈਕਸਟ ਚੀਜ਼ ਕੀ ਹੈ। ਸੈਕਰੀਫਾਈਸਿੰਗ ਰੇਸ਼ੋ ਕਿੰਨੀ ਆਈ ਹੈ ਸਰ। ਪਹਿਲੇ ਦਾ ਆਇਆ ਸੈਕਰੀਫਾਈਸ 1/15, ਦੂਜੇ ਦਾ ਆਇਆ ਗੇਨ -1/15। ਸੈਕਰੀਫਾਈਸ ਕਿੰਨਾ ਆਇਆ 1/15, ਦੂਜੇ ਦਾ ਆਇਆ ਗੇਨ -1/15। ਸੋ ਨਾ ਮੈਂ ਇੱਥੇ ਰਫ ਜਿਹਾ ਲਿਖ ਲੈਣਾ, A ਦਾ 1/15, B ਦਾ -1/15। ਆ ਹੋ ਗਿਆ ਸੈਕਰੀਫਾਈਸ, ਆ ਹੋ ਗਿਆ ਗੇਨ। ਠੀਕ ਹੈ। ਜੇ ਤੁਹਾਨੂੰ ਕਿਸੇ ਨੇ ਹੁਣ ਇਸ ਤੋਂ ਬਾਅਦ ਜਰਨਲ ਐਂਟਰੀ ਪਾਸ ਕਰਨੀ, ਜਰਨਲ ਐਂਟਰੀ ਸਿੰਪਲ ਹੈ। ਜਰਨਲ ਐਂਟਰੀ ਲॉजिकली ਕੀ ਹੈ, ਗੇਨਿੰਗ ਪਾर्टनर कैपिटल अकाउंट डेबिट टू सैक्रिफाइसिंग पार्टनर कैपिटल अकाउंट की एंट्री gain to sacrifice. This is your entry, gain to sacrifice, gaining partner capital account debit to sacrificing partner capital account। ਹੁਣ gain ਕਿਹਨੂੰ ਹੈ ਸਰ, B ਨੂੰ ਹੈ। ਸੋ ਐਂਟਰੀ ਸਾਡੀ ਕੀ ਪਾਸ ਹੋਗੀ, B's capital account debit to A's capital account। एंट्री समझ लगी, एंट्री तो नहीं कोई डाउट। से गेन किनू है, बी नू है, बी कैपिटल डेबिट टू एस कैपिटल। इससे क्लियर है, गेनिंग टू सैक्रिफाइसिंग होगी। एंट्री भी पता लग गई, सैक्रिफाइसिंग अमाउंट भी कैलकुलेशन हो जूगी। चेक करो, ਇਹਦਾ भी स्क्रीनशॉट ले लो। हो गया गर्ल्स, जल्दी। ओके, इस तो बाद ਤੁਸੀਂ ਕੰਮ ਕੀ ਕਰਨਾ, ਬਸ ਤੁਹਾਡਾ ਇੱਕ ਕੰਮ ਰਹਿ ਗਿਆ, ਇੱਕ ਛੋਟਾ ਜਿਹਾ ਕੰਮ ਰਹਿ ਗਿਆ। ਉਹ ਕੀ ਹੈ, ਤੁਸੀਂ ਸਿਰਫ ਹੁਣ ਅਮਾਉਂਟਸ ਕੈਲਕੂਲੇਟ ਕਰਨੀ ਹੈ। ਅਮਾਉਂਟਸ ਦੇ ਵਿੱਚ ਤੁਸੀਂ ਕਿੰਨਾ ਲਿਖਣਾ, ਤੁਸੀਂ ਕੀ ਲਿਖਣਾ, ਬਸ ਹੁਣ ਤੁਸੀਂ ਅਮਾਉਂਟ ਦੇ ਵਿੱਚ ਲਿਖਣਾ ਕਿ ਅਮਾਉਂਟ ਸਰ ਕੀ ਲਿਖਣਾ। ਠੀਕ ਹੈ, ਹੁਣ ਮੈਂ ਅਮਾਉਂਟ ਤੁਹਾਨੂੰ ਦੱਸਦਾ ਕਿ ਅਮਾਉਂਟ ਤੁਸੀਂ ਕਿਵੇਂ ਕੈਲਕੂਲੇਸ਼ਨ ਕਰਨੀ। ਤੁਸੀਂ ਜਿਹੜਾ ਗੇਨ ਰੇਸ਼ੋ ਕੈਲਕੂਲੇਟ ਕੀਤੀ ਹੈ, ਉਹਦਾ ਤੁਸੀਂ ਕੀ ਕਰੋਗੇ, ਚੈੱਕ ਕਰੋ। ਤੁਹਾਡੇ ਆਨਸਰ ਜਿਹੜੇ ਆਏ ਸੀ ਕਿ ਮੈਂ ਲਿਖ ਲਾਂ ਇੱਥੇ, A ਦਾ 1/15, B ਦਾ -1/15। बेटा माइनस का कोई काम नहीं रहा, क्योंकि ਇਹਨੂੰ ਆਪਾਂ ਗੇਨ ਮੰਨਾਂਗੇ। ਉਹ ਮਾਈਨਸ ਸਿਰਫ ਗੇਨ ਤੇ ਸੈਕਰੀਫਾਈਸ ਕਰਕੇ ਹੁੰਦਾ। ਠੀਕ ਹੈ, ਆ ਮਾਈਨਸ ਦਾ ਕੰਮ ਖਤਮ ਹੋ ਗਿਆ। ਤੁਸੀਂ ਕੀ ਕਰਨਾ, 1/5 ਨੂੰ ਫਰਮ ਦੀ ਗੁੱਡਵਿਲ ਤੇ ਮਲਟੀਪਲਾਈ ਕਰਨਾ। ਤੁਸੀਂ ਕਰਨਾ 60,000 ਮਲਟੀਪਲਾਈ ਬਾय 1/15। ਇਹ ਕਿਹਦੀ ਅਮਾਉਂਟ ਆ ਜਾਊਗੀ, A ਦੀ ਅਮਾਉਂਟ ਆ ਜਾਊਗੀ। B ਦੀ ਅਮਾਉਂਟ ਕਿਵੇਂ ਆਊਗੀ ਸਰ, ਫਰਮ ਦੀ ਗੁੱਡਵਿਲ 60,000 ਮਲਟੀਪਲਾਈ ਬਾय ਉਹਦਾ ਸ਼ੇਅਰ 1/15। ਇਹ ਕਿਹਦੀ ਅਮਾਉਂਟ ਆ ਜਾਊਗੀ, B ਦੀ ਅਮਾਉਂਟ। अमाउंट किमें कैलकुलेट करते हैं, एक मैं फॉर्मूला लिखा थे, गुडविल ऑफ द फर्म मल्टीप्लाई बाय सैक्रिफाइस। जेड़ा शेयर आ जाएगा, एक आ जाएगा ਤੁਹਾਡਾ अमाउंट आ जाएगा। ठीक है, 60,000 फर्म ਦੀ गुडविल ਸੀ, ਇਹਨੂੰ 1/15 ਦੇ ਮਲਟੀਪਲਾਈ ਕਰਤਾ, ਇਹਨੂੰ ਕੈਂਸਲੇਟ ਕਰਾਂਗੇ ਤਾਂ ਆਈ ਥਿੰਕ 4000 ਆ ਜਾਊਗਾ। ਇੱਥੇ ਵੀ ਕਿੰਨਾ ਆ ਜਾਊਗਾ, 4000। ਸੋ ਐਂਟਰੀ ਕਿਵੇਂ ਪਾਸ ਹੋਊਗੀ, B's कैपिटल अकाउंट डेबिट 4000 टू A's कैपिटल अकाउंट 4000। दिस इज अ जनरल एंट्री। समझ लगी। सब तो पहला काम है सैक्रिफाइस। सैक्रिफाइसिंग ਲੱਭ ਲਿਆ,
बस वो नेक्स्ट काम इज एंट्री सैक्रीफाइसिंग तो गेन ਤੇ ਸੈਕਰੀਫਾਈਸ ਦਾ ਪਤਾ ਲੱਗ ਜਾਊਗਾ ਐਂਟਰੀ ਪਾਸ ਹੋ ਜਾਊਗੀ ਦੋ ਕੰਮ ਹੋ ਗਏ ਤੀਜਾ ਕੰਮ ਰਹਿ ਗਿਆ ਅਮਾਉਂਟ ਦਾ ਅਮਾਉਂਟ ਕਿਵੇਂ ਕੈਲਕੂਲੇਟ ਹੋਗੀ ਫਰਮ ਦੀ ਗੁੱਡਵਿਲ ਨੂੰ ਸੈਕਰੀਫਾਈਸ से ਮਲਟੀਪਲਾਈ ਕਰ ਦੋ ਅਮਾਉਂਟ ਆ ਜਾਊਗੀ 60000 ਨੂੰ 1/15 ਦੇ ਮਲਟੀਪਲਾਈ ਕਰ ਦੋ 4000 ਆ ਗਿਆ 60000 ਨੂੰ 1/15 ਦੇ ਮਲਟੀਪਲਾਈ ਕਰ ਦੋ 4000 ਆ ਗਿਆ A ਦੀ ਅਮਾਉਂਟ ਕਿੰਨੀ ਹੈ 4000 B ਦੀ ਅਮਾਉਂਟ ਕਿੰਨੀ ਹੈ 4000 तो अमाउंट लिखती काम खत्म B ਦਾ ਮਾਈਨਸ ਜਾਊਗਾ ਬੇਟੇ ਮੈਂ ਮਾਈਨਸ ਦਾ ਕਨਸੈਪਟ ਦੱਸ ਰਿਹਾ ਸੁਣ ਲਾ ਮਾਈਨਸ ਦਾ ਮਤਲਬ ਸਿਰਫ ਗੇਨ ਤੇ ਸੈਕਰੀਫਾਈਸ ਲਈ ਹੁੰਦਾ ਇੱਕ ਪਲੱਸ ਦਾ ਹੋਊਗਾ ਇੱਕ ਮਾਈਨਸ ਦਾ ਪਲੱਸ ਮਤਲਬ ਸੈਕਰੀਫਾਈਸ ਲੱਭ ਰਿਹਾ ਤਾਂ ਸੈਕਰੀਫਾਈਸ ਹੋ ਗਿਆ ਸੈਕਰੀਫਾਈਸਿੰਗ ਰੇਸ਼ੋ ਲੱਭਦੇ ਹੋਏ ਮਾਈਨਸ ਆਂਸਰ ਆ ਦੈਟ ਮੀਨਸ ਗੇਨ ਹੋ ਗਿਆ ਆ ਸਿਰਫ ਮਾਈਨਸ ਗੇਨ ਵਾਸਤੇ ਸੀਗਾ ਕਿ ਲੱਭਣ ਲਈ ਵੀ ਗੇਨ ਕਿਹੜਾ ਹੈਗਾ ਕਿਉਂਕਿ ਸਾਡੀ ਐਂਟਰੀ ਕੀ ਹੁੰਦੀ ਗੇਨਿੰਗ ਟੂ ਸੈਕਰੀਫਾਈਸ ਗੇਨ B ਸੀਗਾ B ਕੈਪੀਟਲ ਅਕਾਊਂਟ ਡੈਬਿਟ ਟੂ A ਕੈਪੀਟਲ ਅਕਾਊਂਟ ਇਹ ਮਾਈਨਸ ਦਾ ਕਨਸੈਪਟ ਸਿਰਫ ਇੱਥੇ ਤੱਕ ਸੀਗਾ ਉਸ ਤੋਂ ਬਾਅਦ ਅਸੀਂ ਡਾਇਰੈਕਟਲੀ ਕਰਨਾ 1/15 ਮਾਈਨਸ 1/15 ਵੀ ਛੱਡੋ 1/15 ਹੀ ਹੁੰਦਾ ਇਹ 1/15 ਨੂੰ ਫਰਮ ਦੀ ਗੁੱਡਵਿਲ ਦੇ ਮਲਟੀਪਲਾਈ ਕਰਕੇ ਅਮਾਉਂਟਸ ਲੱਭਣੀ ਹੈ ਮੇਰਾ 1/15 ਹੈ ਆਪਾਂ ਕੋਈ ਹੋਰ ਕੁਐਸਚਨ ਕਰਾਂਗੇ ਉਹਦੇ ਵਿੱਚ 2/5 ਹੋ ਸਕਦਾ ਕੁਝ ਵੀ ਹੋ ਸਕਦਾ ਜਿੰਨਾ ਵੀ ਤੁਹਾਡਾ ਇੱਥੇ ਅਮਾਉਂਟਸ ਆ ਸਕਦੀਆਂ ਉਹ ਅਮਾਉਂਟ ਨੂੰ ਤੁਸੀਂ ਕੀ ਤੇ ਮਲਟੀਪਲਾਈ ਕਰਨਾ ਫਰਮ ਦੀ ਗੁੱਡਵਿਲ ਤੇ ਫਿਰ ਤੁਹਾਡੀ ਅਮਾਉਂਟਸ ਆ ਜਾਣਗੇ ਆ ਲਓ ਇਹਦਾ ਵੀ ਸਕਰੀਨਸ਼ਾਟ ਲੈ ਲਓ क्लियर है सारे का हो गया सारे का हो गया समझ लगी सारे जिन्होंने समझ लगी हैंड रेज कर दो आज का टॉपिक क्लियर है ना कोई डाउट तो नहीं गर्ल्स हरसिमरन जसप्रीत कोई डाउट तो नहीं किसी ਨੂੰ ਜੇ ਕਿਸੇ ਨੂੰ ਕੋਈ ਛੋਟਾ ਮੋਟਾ ਡਾਊਟ ਆ ਤਾਂ ਬੇਟਾ ਮੈਨੂੰ ਜਲਦੀ ਜਲਦੀ ਪੁੱਛ ਲਓ ਠੀਕ ਹੈ ਨੈਕਸਟ ਲੈਕਚਰ ਦਾ ਵੀ ਟਾਈਮ ਹੋ ਰਿਹਾ ਬॉयਜ਼ ਦਾ ਕੋਈ ਡਾਊਟ ਹੈ ਤਾਂ ਪੁੱਛ ਲਓ नो डाउट ओके बिल्कुल ठीक है ओके थैंक यू